दोस्तों प्रोग्राम 'ਚ ਇੱਕ ਵਾਰੀ ਫਿਰ ਤੋਂ ਸਵਾਗਤ। USA ਨਿਊਜ਼ ਟੂਡੇ ਪ੍ਰੋਗਰਾਮ ਦੇ ਇਸ ਸੈਗਮੈਂਟ 'ਚ ਹਾਜ਼ਰ ਹਾਂ ਅਸੀਂ ਗੁਰਪ੍ਰੀਤ ਸਿੰਘ ਨਿੱਜਰ ਹੋਣਾ ਦੇ ਨਾਲ USA ਦੀਆਂ ਕੁਛ ਦੁਨੀਆ ਦੀਆਂ ਖਬਰਾਂ ਲੈ ਕੇ। ਗੁਰਪ੍ਰੀਤ ਸਿੰਘ ਨਿੱਜਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜਸਕਰਨ ਜੀ, ਰੇਡੀਓ ਪੰਜਾਬ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਕੀ ਖਬਰ ਸਰ ਜਸਕਰਨ ਜੀ? ਸਰ ਗੁਰਪ੍ਰੀਤ ਜੀ, ਇਸ ਵੇਲੇ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ ਰਹੀ ਹੈ ਵੈਕਸੀਨ, ਇਹ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਦੱਸੀਏ ਅੰਕੜੇ, ਫਾਈਜ਼ਰ ਦੀ ਜਿਹੜੀ ਵੈਕਸੀਨ ਸੀ, ਤੁਹਾਨੂੰ ਪਤਾ ਹਫ਼ਤਾ ਪਹਿਲਾਂ ਥੋੜ੍ਹਾ ਚਿਰ ਪਹਿਲਾਂ ਫਾਈਜ਼ਰ ਨੇ ਕਿਹਾ ਸੀ ਕਿ ਸਾਡੀ ਵੈਕਸੀਨ ਤਿਆਰ ਆ, ਫਾਈਜ਼ਰ ਕੰਪਨੀ ਨੇ। ਉਹਦੇ ਤੋਂ ਬਾਅਦ ਮੋਡਰਨਾ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਸਾਡੀ ਵੈਕਸੀਨ ਜਿਹੜੀ ਆ ਉਹ ਵੀ ਤਿਆਰ ਆ। ਹੁਣ ਫਾਈਜ਼ਰ ਕਹਿ ਰਹੀ ਆ ਅੱਜ ਕਿ ਸਾਡੀ ਵੈਕਸੀਨ 95% ਇਫੈਕਟਿਵ ਆ ਅਤੇ ਅਸੀਂ ਇਹਦੀ ਰੈਗੂਲੇਟਰੀ ਰਿਵਿਊ ਦੇ ਲਈ ਅਪਲਾਈ ਕਰ ਰਹੇ ਹਾਂ, ਔਰ ਉਹ ਵੀ ਕੁਛ ਦਿਨਾਂ ਦੇ ਵਿੱਚ। ਹਫ਼ਤੇ ਮਹੀਨਿਆਂ ਦੀ ਗੱਲ ਹੁਣ ਉਹ ਕਹਿੰਦੇ ਛੱਡੋ, ਅਸੀਂ ਇਹਨੂੰ ਕੁਛ ਦਿਨਾਂ ਦੇ ਵਿੱਚ ਹੀ ਅਪਲਾਈ ਕਰਕੇ ਜਿਹੜੀ ਇਹਦੀ ਐਮਰਜੈਂਸੀ ਅਥੋਰਟਾਈਜੇਸ਼ਨ ਆ ਉਹ ਲੈਣ ਦੇ ਲਈ ਵਿਦਨ ਡੇਜ਼ ਅਸੀਂ ਕੰਮ ਕਰ ਰਹੇ ਹਾਂ, ਸਬਮਿਟ ਕਰ ਰਹੇ ਹਾਂ ਐਪਲੀਕੇਸ਼ਨ। ਅਤੇ ਇਹਦੇ ਨਾਲ ਹੁਣ ਇਹ ਹੋ ਗਿਆ ਕਿ ਬਹੁਤ ਜਲਦੀ ਇਹ ਵੈਕਸੀਨ ਸਾਡੇ ਕੋਲ ਅਵੇਲੇਬਲ ਹੋਊਗੀ। ਤੁਹਾਨੂੰ ਪਤਾ ਕਿ ਪਹਿਲਾਂ ਜਦੋਂ ਇਹ ਵੈਕਸੀਨ ਆਈ ਸੀ, ਉਹਦੀ ਗੱਲਬਾਤ ਚੱਲੀ ਸੀ, ਤਾਂ ਇਹ ਕਿਹਾ ਗਿਆ ਸੀ ਕਿ ਅਪ੍ਰੈਲ ਦੇ ਵਿੱਚ ਐਵਰੇਜ ਅਮੈਰੀਕਨ ਨੂੰ ਇਹ ਵੈਕਸੀਨ ਲੱਗ ਜਾਣੀ ਆ। ਸੋ ਹੁਣ ਦੇਖੋ ਇਹ ਕਦੋਂ ਆਉਂਦੀ ਆ, ਪਰ ਇੱਕ ਤੋਂ ਵੱਧ ਹੁਣ ਜਿਹੜੀਆਂ ਵੈਕਸੀਨਸ ਆ ਉਹ ਸਾਹਮਣੇ ਆ ਰਹੀਆਂ। ਇੱਥੇ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਇਸ ਵੈਕਸੀਨ ਬਾਰੇ ਕਿ ਇਸ ਵੇਲੇ ਦੁਨੀਆ ਦੇ ਵਿੱਚ 200 ਦੇ ਕਰੀਬ ਜਿਹੜੀਆਂ ਕੰਪਨੀਆਂ ਆ ਉਹ ਵੈਕਸੀਨ ਬਣਾਉਣ ਲੱਗੀਆਂ ਆ। ਉਹ ਅਲੱਗ-ਅਲੱਗ ਸਟੇਜਸ ਦੇ ਉੱਤੇ ਆ। ਅਲੱਗ-ਅਲੱਗ ਸਟੇਜਸ ਦਾ ਕੀ ਮਤਲਬ ਆ ਕਿ ਜਿਹੜਾ ਵੈਕਸੀਨ ਬਣਾਉਣ ਦਾ ਪ੍ਰੋਸੈਸ ਆ ਉਹਦੇ ਵਿੱਚ ਪਹਿਲਾਂ ਇਹ ਕਰਦੇ ਨੇ, ਉਹਦੇ ਪ੍ਰੀ ਕਲੀਨਿਕਲ ਟਰਾਇਲ ਕਰਦੇ ਆ। ਉਹਦੇ ਤੋਂ ਬਾਅਦ ਇਹ ਫਿਰ ਫੇਜ਼ 1 'ਚ ਜਾਂਦੀ ਆ। ਫੇਜ਼ 1 ਦੇ ਵਿੱਚ 1 ਤੋਂ 100 ਬੰਦਿਆਂ ਨੂੰ ਲਾ ਕੇ ਦੇਖਦੇ ਆ। ਫਿਰ ਇਹ ਫੇਜ਼ 2 'ਚ ਜਾਂਦੀ ਆ। 2 ਦੇ ਵਿੱਚ ਸ਼ਾਇਦ ਕੁਛ ਸੈਂਕੜੇ ਨੂੰ 300 ਬੰਦੇ ਤੱਕ ਲਾ ਕੇ ਦੇਖਦੇ ਆ। ਅਤੇ ਫੇਜ਼ 3 ਦੇ ਵਿੱਚ 30,000 ਬੰਦੇ ਤੱਕ ਉਹ ਵੈਕਸੀਨ ਲਾ ਕੇ ਦੇਖਦੇ ਆ। ਸੋ ਕੋਈ ਕੰਪਨੀ ਇਸ ਵੇਲੇ ਪਹਿਲੀ ਸਟੇਜ 'ਤੇ ਆ, ਜਿਹੜੀ ਪ੍ਰੀ ਕਲੀਨਿਕਲ ਟਰਾਇਲ ਟੈਸਟਿੰਗ ਦੇ ਉੱਤੇ ਆ। ਕੋਈ 1 ਫੇਜ਼ 'ਚ ਆ, ਕੋਈ 2 ਤਾਂ ਅਤੇ ਕੋਈ 3 ਦੇ ਵਿੱਚ ਆ। ਦੱਸਿਆ ਜਾ ਰਿਹਾ ਕਿ 38 ਕੰਪਨੀਆਂ ਜਿਹੜੀਆਂ ਉਹ ਇਸ ਵੇਲੇ ਫੇਜ਼ 1 'ਚ ਆ, 17 ਫੇਜ਼ 2 'ਚ ਆ, 12 ਫੇਜ਼ 3 'ਚ ਆ। ਅਤੇ ਕੁਛ ਜਿਹੜੀਆਂ 6 ਕੰਪਨੀਆਂ ਦੀ ਵੈਕਸੀਨ ਅਪਰੂਵ ਹੋਈ ਆ ਅਰਲੀ ਅਤੇ ਲਿਮਟਿਡ ਯੂਜ਼ ਦੇ ਲਈ, ਪਰ ਹਜੇ ਤੱਕ ਪੂਰੀ ਯੂਜ਼ ਦੇ ਲਈ ਕੋਈ ਵੀ ਵੈਕਸੀਨ ਅਪਰੂਵ ਨਹੀਂ ਹੋਈ। ਸੋ ਹੋਣ ਵਾਲੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਇੱਦਾਂ ਲੱਗਦਾ ਕਿ ਬਹੁਤ ਸਾਰੀਆਂ ਕੰਪਨੀਆਂ ਦੀ ਵੈਕਸੀਨ ਸਾਹਮਣੇ ਆ ਜਾਣੀ ਆ। ਤੁਹਾਨੂੰ ਇਹ ਵੀ ਪਤਾ ਕਿ ਰੂਸ ਅਤੇ ਚੀਨ ਦੀ ਵੈਕਸੀਨ ਪਹਿਲਾਂ ਬਣ ਚੁੱਕੀ ਆ। ਹੁਣ ਇੱਕ ਮਸਲਾ ਇਹ ਪੈਦਾ ਹੁੰਦਾ ਕਿ ਜੇ ਆ ਗਈ ਇਹ ਲੱਗਣੀ ਕਦੋਂ ਆ। ਮੰਨ ਲਓ US ਦੀ ਕੰਪਨੀ ਜਿਹੜੀ ਉਹ ਵੈਕਸੀਨ ਪਹਿਲਾਂ ਬਣਾ ਲੈਂਦੀ ਆ, ਅਤੇ ਇਹ ਵੀ ਹੋ ਸਕਦਾ ਉਹ ਕਹਿਣ ਕਿ ਸਾਨੂੰ US ਵਾਲਿਆਂ ਨੂੰ ਪਹਿਲਾਂ ਚਾਹੀਦੀ, ਅਸੀਂ ਸਾਰੇ ਪਹਿਲਾਂ US ਨੂੰ ਲਾਵਾਂਗੇ ਫਿਰ ਦੁਨੀਆ ਨੂੰ ਵੰਡਾਂਗੇ। 1976 ਦੇ ਵਿੱਚ ਜਦੋਂ ਸਵਾਈਨ ਫਲੂ ਹੋਇਆ ਸੀ, ਉਸ ਵੇਲੇ US ਨੇ ਕਿਹਾ ਸੀ ਕਿ ਪਹਿਲਾਂ ਵੈਕਸੀਨ ਅਸੀਂ ਲਾਵਾਂਗੇ ਆਪਣੇ, ਫਿਰ ਉਹਨਾਂ ਨੇ ਬਾਕੀ ਕਿਸੇ ਨੂੰ ਦਿੱਤੀ ਸੀ। ਇਹ ਵੀ ਹੋ ਸਕਦਾ ਕਿ ਉਹ ਵੰਡਣੀ ਸ਼ੁਰੂ ਕਰ ਦੇਣ ਕਿ ਕੁਛ ਮੰਨ ਲਓ ਕਿ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਿਹੜੇ ਬਜ਼ੁਰਗ ਆ ਪਹਿਲਾਂ ਉਹਨਾਂ ਲਈ ਦੇ ਦਾਂਗੇ, ਅਤੇ ਜਿਹੜੇ ਹੈਲਥ ਕੇਅਰ ਵਰਕਰ ਆ ਉਹਨਾਂ ਲਈ ਤੁਹਾਨੂੰ ਅਵੇਲੇਬਲ ਹੋ ਜੂਗੀ। ਸਾਰੇ ਦੇਸ਼ਾਂ ਨੇ ਸਾਰੀਆਂ ਕੰਪਨੀਆਂ ਨੂੰ ਆਪਣਾ ਡਾਊਨ ਪੇਮੈਂਟ ਦਿੱਤੀ ਹੁੰਦੀ ਆ। ਜਿਹੜਾ ਕੈਨੇਡਾ ਆ ਇਹਨੇ $1 ਬਿਲੀਅਨ 6 ਕੰਪਨੀਆਂ ਨੂੰ ਦਿੱਤਾ ਹੈ, ਜਿਹਦੇ ਵਿੱਚ ਫਾਈਜ਼ਰ ਵੀ ਆ ਅਤੇ ਮੋਡਰਨਾ ਵੀ ਆ। ਇਸੇ ਤਰ੍ਹਾਂ ਰੂਸ ਨੇ ਜਿਹੜੀ ਵੈਕਸੀਨ ਬਣਾਈ ਸੀ ਸਪੁਟਨਿਕ 5, ਉਹਨਾਂ ਦੇ ਕਹਿਣ ਅਨੁਸਾਰ ਕਿ 20 ਦੇਸ਼ ਉਹਨਾਂ ਦੇ ਕੋਲ ਅਪਰੋਚ ਕਰ ਚੁੱਕੇ ਆ ਕਿ ਤੁਸੀਂ ਸਾਨੂੰ ਵੈਕਸੀਨ ਦੇ ਦਿਓ, ਅਤੇ ਪ੍ਰੋਡਕਸ਼ਨ ਦੇ ਲਈ ਉਹਨਾਂ ਨੇ ਇੰਡੀਆ ਨੂੰ ਵੀ ਕਿਹਾ ਆ। ਸੋ ਇਸ ਪ੍ਰੋਸੈਸ ਦੇ ਵਿੱਚ 200 ਦੇ ਕਰੀਬ ਕੰਪਨੀਆਂ ਲੱਗੀਆਂ ਆ। ਕਿਹੜੀ ਕੰਪਨੀ ਨੂੰ ਕਦੋਂ ਅਪਰੂਵਲ ਮਿਲਦੀ ਆ, ਕਦੋਂ ਸਾਹਮਣੇ ਆਉਂਦੀ ਆ, ਕਿਹੜਾ ਦੇਸ਼ ਕਿਹਨੂੰ ਯੂਜ਼ ਕਰਦਾ, ਕਦੋਂ ਉਹਨੂੰ ਅਵੇਲੇਬਲ ਹੁੰਦੀ ਆ, ਇਹਦੇ ਉੱਤੇ ਡਿਪੈਂਡ ਕਰਦਾ। ਪਰ ਇੱਕ ਗੱਲ ਪੱਕੀ ਆ ਕਿ ਅਮੀਰ ਦੇਸ਼ਾਂ ਨੇ ਪਹਿਲਾਂ ਲਵਾ ਲੈਣੀ ਆ। ਇਹ ਗਰੀਬ ਦੇਸ਼ ਜਿਹੜੇ ਉਹ ਪਿੱਛੇ ਰਹਿ ਜਾਣਗੇ। ਉਹਨਾਂ ਗਰੀਬ ਦੇਸ਼ਾਂ ਦੇ ਵਿੱਚ ਵੰਡਣ ਦੇ ਲਈ ਵੀ ਕੁਛ ਇੰਤਜ਼ਾਮ ਕੀਤੇ ਜਾ ਰਹੇ ਆ। 7.8 ਬਿਲੀਅਨ ਲੋਕ ਰਹਿੰਦੇ ਆ ਇਸ ਦੁਨੀਆ ਦੇ ਵਿੱਚ। ਇੱਕ ਅੰਦਾਜ਼ੇ ਅਨੁਸਾਰ ਸਾਰੀ ਦੁਨੀਆ ਨੂੰ ਲਾਉਣੀ ਹੋਵੇ ਜਾਂ ਘੱਟੋ ਘੱਟ ਵੈਕਸੀਨ ਕਹਿੰਦੇ 80% ਲੋਕਾਂ ਨੂੰ ਲੱਗਣੀ ਜ਼ਰੂਰੀ ਹੁੰਦੀ ਆ। ਜੇ 80% ਲੋਕਾਂ ਨੂੰ ਵੀ ਇਹ ਵੈਕਸੀਨ ਲਾਉਣੀ ਆ ਤਾਂ 4 ਸਾਲ ਲੱਗ ਸਕਦੇ ਆ। 2021 'ਚ ਸ਼ੁਰੂ ਹੋਈ ਤਾਂ 24 ਤੱਕ 2024 ਆ ਜਾਣਾ। ਦੂਜੀ ਗੱਲ ਇੱਕ ਸਮਝਣ ਵਾਲੀ ਇਹ ਆ ਕਿ ਵੈਕਸੀਨ ਦੇ ਲਈ ਇੰਨਾ ਜ਼ਿਆਦਾ ਐਕਸਾਈਟਡ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਵੈਕਸੀਨ ਕੋਈ ਇਲਾਜ ਨਹੀਂ ਆ, ਇਹ ਤਾਂ ਪ੍ਰੀਵੈਂਟਿਵ ਆ। ਜੇ ਵੈਕਸੀਨ ਆ ਗਈ ਅਤੇ ਜਿਹਨੂੰ ਵੈਕਸੀਨ ਲੱਗ ਗਈ ਉਹਨੂੰ ਕਰੋਨਾ ਨਹੀਂ ਹੋਊਗਾ। ਅਤੇ ਜੇ ਹਜੇ 4 ਮਹੀਨੇ 5 ਮਹੀਨੇ ਪਏ ਆ ਸਾਡੇ ਕੋਲ ਕਿ ਆਮ ਬੰਦੇ ਤੱਕ ਇਹ ਵੈਕਸੀਨ ਪਹੁੰਚਣੀ ਆ, ਉਦੋਂ ਤੱਕ ਜਿਹਨੂੰ ਹੋ ਗਿਆ ਉਹਦਾ ਕੋਈ ਬਚਾਅ ਨਹੀਂ ਆ। ਇਹ ਕੋਈ ਦਵਾਈ ਨਹੀਂ ਆ,
ਇਹ ਵੈਕਸੀਨ ਆ ਜਦੋਂ ਲੱਗਣੀ ਆ ਉਹਦੇ ਤੋਂ ਬਾਅਦ ਉਸ ਵਿਅਕਤੀ ਨੂੰ ਕਰੋਨਾ ਨਹੀਂ ਹੋਊਗਾ। ਸੋ ਭਾਵੇਂ ਕਿ ਗੱਲ ਹੁਣ ਕੁਝ ਮਹੀਨਿਆਂ ਦੀ ਰਹਿੰਦੀ ਆ, ਪਰ ਫਿਰ ਵੀ ਉਹਨਾਂ ਮਹੀਨਿਆਂ ਤੱਕ ਨੁਕਸਾਨ ਕਿੰਨਾ ਹੁੰਦਾ ਇਹਦੇ ਤੋਂ ਬਚਾਅ ਰੱਖਣ ਦੀ ਲੋੜ ਆ। ਜੀ ਗੁਰਪ੍ਰੀਤ ਜੀ। ਬਿਲਕੁਲ ਜਸਕਰਨ ਜੀ, ਵੈਕਸੀਨ ਬਾਰੇ ਵੀ ਲੋਕਾਂ ਦੇ ਬੜੇ ਭਰਮ ਆ। ਐਕਚੁਅਲ ਵੈਕਸੀਨ ਕੀ ਆ ਕਿ ਜਿਹੜਾ ਉਹਦਾ ਵਾਇਰਸ ਆ, ਕਮਜ਼ੋਰ ਵਾਇਰਸ ਜਿਹੜਾ ਉਹ ਫੜ ਕੇ ਜਿਹੜਾ ਬੋਡੀ ਦੇ ਵਿੱਚ ਐਂਟਰ ਕਰ ਦਿੱਤਾ ਜਾਂਦਾ ਤਾਂ ਜੋ ਐਂਟੀਬਾਡੀ ਜਿਹੜੀਆਂ ਆਪਣੀਆਂ ਤਿਆਰ ਹੋ ਜਾਣ। ਵੈਕਸੀਨ ਦਾ ਤਾਂ ਇਹੋ ਹੀ ਕੰਮ ਹੈ, ਕੋਈ ਦਵਾਈ ਤੇ ਹੈ ਨਹੀਂ। ਬਾਕੀ ਜਿਹੜੇ ਇਹ ਕਰੋਨਾ ਦੇ ਸੰਬੰਧ ਦੇ ਵਿੱਚ ਬੜੇ ਆਪਾ ਵਿਰੋਧੀ ਜਿਹੜੇ ਸਰਕਮਸਟੈਂਸਸ ਸਾਹਮਣੇ ਆ ਰਹੇ ਨੇ ਕਿ ਇੱਕ ਤਾਂ ਕਰੋਨਾ ਵੱਧ ਰਿਹਾ ਜਿਹੜਾ ਕੋਵਿਡ, ਤੇ ਲੋਕੀ ਜਿਹੜੇ ਆ ਉਹ ਪਾਬੰਦੀਆਂ ਮੰਨਣ ਤੋਂ ਵੀ ਇਨਕਾਰੀ ਆ। ਰੀਸੈਂਟਲੀ ਜਿੱਦਾਂ ਜਰਮਨੀ ਦੇ ਵਿੱਚ ਬੜੇ ਪ੍ਰੋਟੈਸਟ ਹੋਏ ਆ ਕਿ ਜਿਹੜੀ ਮਰਕਲ ਆ ਉੱਥੇ ਦੀ ਚੀਫ, ਉਹਨਾਂ ਨੇ ਕੋਈ ਜਿਹੜੀਆਂ ਪਾਬੰਦੀਆਂ ਲਾਈਆਂ ਐਂਜਲਾ ਮਰਕਲ ਨੇ, ਉਹਨੂੰ ਲੈ ਕੇ ਲੋਕ ਸੜਕਾਂ ਤੇ ਉਤਰ ਆਏ ਤੇ ਉੱਥੇ ਫਿਰ ਪ੍ਰੋਟੈਸਟ ਨੂੰ ਭਜਾਉਣ ਲਈ ਉੱਥੇ ਵਾਟਰ ਕੈਨਨ ਵਗੈਰਾ ਯੂਜ਼ ਕਰਨੀਆਂ ਪਈਆਂ। ਤੇ ਇੱਥੇ ਵੀ ਜਿਹੜੀਆਂ ਅਮਰੀਕਾ 'ਚ ਕਈ ਸਟੇਟਾਂ ਦੇ ਵਿੱਚ ਲੋਕ ਪਾਬੰਦੀਆਂ ਮੰਨਣ ਤੋਂ ਇਨਕਾਰੀ ਆ। ਤੇ ਓਹਾਇਓ ਦੇ ਜਿਹੜੇ ਗਵਰਨਰ ਨੇ, ਭਾਵੇਂ ਉਹ ਰਿਪਬਲਿਕਨ ਨੇ, ਤੇ ਉਹਨਾਂ ਨੇ ਤਾਂ 21 ਦਿਨਾਂ ਦਾ ਨਾਈਟ ਕਰਫਿਊ ਜਿਹੜਾ ਉੱਥੇ ਡਿਪਲੋਏ ਕਰ ਦਿੱਤਾ ਕਿ ਰਾਤ ਦਾ ਕਰਫਿਊ ਹੋਊਗਾ, ਰਾਤੀ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਬਿਜ਼ਨਸ ਕੋਈ ਕਲੋਜ਼ ਨਹੀਂ ਕੀਤੇ। ਡਿਊਟੀ ਆਉਣ ਜਾਣ ਵਾਲੇ ਗਰੋਸਰੀ ਵਾਲਿਆਂ ਨੂੰ ਜਿਹੜਾ ਉਹ ਛੋਟ ਹੋਏਗੀ, ਪਰ 10 ਤੋਂ ਵੱਧ ਲੋਕਾਂ ਦੇ ਇਕੱਠ ਤੇ ਰੋਕ ਲਾਈ ਆ। ਤੇ ਆਮ ਤੌਰ ਤੇ ਜਿਹੜੇ ਰਿਪਬਲਿਕਨ ਨੇ ਉਹ ਵਿਰੋਧ ਹੀ ਕਰਦੇ ਆ, ਪਰ ਇਹਨਾਂ ਨੇ ਐਕਸ਼ਨ ਤਾਂ ਲਿਆ ਕਿਉਂਕਿ 24 ਘੰਟਿਆਂ ਦੇ ਵਿੱਚ 7000 ਕੇਸ ਸਾਹਮਣੇ ਆ ਗਏ ਸੀ। ਦੂਜੇ ਪਾਸੇ ਜਿਹੜੇ ਨਿਊਯਾਰਕ ਦੇ ਗਵਰਨਰ ਨੇ ਕਿਊਮੋ, ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਥੈਂਕਸ ਗਿਵਿੰਗ ਜਿਹੜਾ ਆ ਰਿਹਾ, ਥੈਂਕਸ ਗਿਵਿੰਗ ਦੇ ਉੱਤੇ 10 ਤੋਂ ਵੱਧ ਜਿਹੜੇ ਲੋਕ ਇਕੱਠੇ ਨਹੀਂ ਹੋਣੇ ਚਾਹੀਦੇ, ਬੇਸ਼ੱਕ ਘਰਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਉੱਥੇ ਵੀ। ਤੇ ਉਹਨਾਂ ਦੇ ਇਹ ਹੁਕਮ ਮੰਨਣ ਤੋਂ ਜਿਹੜੇ ਉੱਥੇ ਦੇ ਥਾਣੇਦਾਰ ਆ, ਜਿਨ੍ਹਾਂ ਨੂੰ ਇੱਥੇ ਸ਼ੈਰਿਫ ਕਹਿੰਦੇ ਆ, ਉਹਨਾਂ ਨੇ ਇਨਕਾਰ ਕਰ ਦਿੱਤਾ। ਉਹ ਕਹਿੰਦੇ ਸਾਡਾ ਇਹ ਕੰਮ ਨਹੀਂ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਗੈਸਟ ਗਿਣਦੇ ਫਿਰੀਏ ਕਿ ਕਿੱਥੇ ਕਿੰਨੇ ਜਿਹੜੇ ਉਹਨਾਂ ਦੇ ਗੈਸਟ ਆਏ ਆ ਤੇ ਕਿੰਨਾ ਇਕੱਠ ਹੋਇਆ। ਅਸੀਂ ਲੋਕਾਂ ਦੇ ਬੈਕਯਾਰਡ ਵਿੱਚ ਜਾ ਕੇ ਥੋੜ੍ਹਾ ਗਿਣਤੀਆਂ ਕਰਾਂਗੇ। ਉਹ ਕਹਿੰਦੇ ਅਸੀਂ ਇਹ ਲੋਕਾਂ ਦੀ ਉਹਦੀ ਸਮਝ ਤੇ ਛੱਡਦੇ ਹਾਂ, ਇੰਨੇ ਕੁ ਤਾਂ ਲੋਕ ਸਿਆਣੇ ਆ। ਤੇ ਇੱਥੇ ਦੱਸਣਯੋਗ ਹੈ ਕਿ ਥੈਂਕਸ ਗਿਵਿੰਗ ਤੇ ਲੋਕੀ ਆਪਣੇ ਘਰਾਂ 'ਚ ਪਾਰਟੀਆਂ ਕਰਦੇ ਆ, ਜਿਹਦੇ ਵਿਰੋਧ ਵਿੱਚ ਗਵਰਨਰ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ। ਦੂਜਾ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਗੱਲ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਵੀ, ਕਿ ਰਾਸ਼ਟਰਪਤੀ ਟਰੰਪ ਆ ਜਿਹੜਾ ਚੋਣ ਹਾਰਨ ਦੌਰਾਨ ਈਰਾਨ ਦੇ ਉੱਤੇ ਹਮਲੇ ਦੇ ਬਾਰੇ ਕੁਝ ਵਿਚਾਰ ਕੀਤੇ ਆ। ਉਹਨਾਂ ਨੇ ਆਪਣੇ ਜਿਹੜੇ ਸਲਾਹਕਾਰ ਆ ਉਹਨਾਂ ਤੋਂ ਪੁੱਛਿਆ ਕਿ ਕੀ ਆਪਸ਼ਨਜ਼ ਹੈਗੀਆਂ, ਜਿਹੜਾ ਨਤਾਂਜ ਵਿਖੇ ਉਹਨਾਂ ਦਾ ਨਿਊਕਲੀਅਰ ਪਲਾਂਟ ਆ ਵੀ ਉੱਤੇ ਅਟੈਕ ਦੀਆਂ ਕੀ ਆਪਸ਼ਨਜ਼ ਆ। ਹਾਲਾਂਕਿ ਬਾਅਦ ਵਿੱਚ ਉਹਨਾਂ ਵਿਚਾਰ ਛੱਡ ਦਿੱਤਾ, ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਆ ਉਹਦੇ ਵਿੱਚ ਯੂਰਪ ਦੇ ਜਿਹੜੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਤੇ ਸਾਊਦੀ ਅਰਬ ਉਹ ਈਰਾਨ ਦੇ ਉੱਤੇ ਅਟੈਕ ਕਰਨ ਲਈ ਬੜੇ ਕਾਹਲੇ ਆ, ਤੇ ਜੇ ਟਰੰਪ ਦੀ ਵਿਦਾਇਗੀ ਹੁੰਦੀ ਆ ਤਾਂ ਉਸ ਤੋਂ ਬਾਅਦ ਛੇਤੀ ਸ਼ਾਇਦ ਉਹ ਲੜਾਈ ਛੇੜ ਦੇਣਗੇ। ਉਹਨਾਂ ਨੇ ਇਹ ਕਿਹਾ, ਜਿਹੜੇ ਯੂਰਪ ਦੇ ਸੁਰੱਖਿਆ ਅਧਿਕਾਰੀ ਆ, ਕਿ ਇਜ਼ਰਾਈਲ ਤੇ ਸਾਊਦੀ ਅਰਬ ਦੇ ਜਿਹੜੇ ਮੌਜੂਦਾ ਆਗੂ ਆ ਉਹ ਪਰਪੱਕ ਨਹੀਂ ਹੈਗੇ, ਲੜਾਈ ਛੇੜਨ ਲਈ ਕਾਹਲੇ ਆ। ਤੇ ਉਹ ਕਹਿੰਦੇ ਹੋ ਸਕਦਾ ਰਾਸ਼ਟਰਪਤੀ ਟਰੰਪ ਦੀ ਕੋਈ ਮੂਕ ਸਹਿਮਤੀ ਵੀ ਹੋਵੇ, ਕਿਉਂਕਿ ਪੈਂਟਾਗਨ 'ਚ ਜਿਹੜੇ ਉਹਨਾਂ ਨੇ ਆਪਣੇ ਵਫਾਦਾਰ ਉੱਥੇ ਬਿਠਾਏ ਆ ਹੁਣ, ਉਹ ਸਖਤ ਕਿਸਮ ਦੇ ਅਫਸਰ ਆ। ਤੇ ਇਹ ਤੋਂ ਸੰਕੇਤ ਇਹ ਮਿਲਦੇ ਆ ਕਿ ਸ਼ਾਇਦ ਕੋਈ ਈਰਾਨ ਦੇ ਖਿਲਾਫ ਸਖਤ ਕਾਰਵਾਈ ਹੋ ਜਾਵੇ ਤੇ ਇਜ਼ਰਾਈਲ ਤੇ ਸਾਊਦੀ ਅਰਬ ਜਿਹੜਾ ਉਹ ਅਟੈਕ ਕਰ ਦੇਣ। ਹਾਂਜੀ ਜਸਕਰਨ ਜੀ। ਬਿਲਕੁਲ ਜੀ, ਇਹ ਕਸ਼ਮਕਸ਼ ਜਿਹੜੀ ਚੱਲ ਰਹੀ ਆ। ਇਹ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਵੈਕਸੀਨ ਬਾਰੇ ਗੱਲਬਾਤ ਕੀਤੀ ਆ ਉਹਦੇ ਬਾਰੇ ਅਪਡੇਟ ਦੱਸਣਾ ਚਾਹੁੰਦਾ ਸੀ ਕਿ ਆਮ ਤੌਰ 'ਤੇ ਜਿੱਦਾਂ ਤੁਸੀਂ ਗੱਲ ਕੀਤੀ ਇੱਦਾਂ ਹੀ ਹੁੰਦਾ ਕਿ ਜਿਹੜਾ ਡੈੱਡ ਵਾਇਰਸ ਜਾਂ ਜਿਹੜਾ ਕੋਈ ਘੱਟ ਨੁਕਸਾਨ ਵਾਲਾ ਵਾਇਰਸ ਆ ਬੋਡੀ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹਦੇ ਨਾਲ ਫਿਰ ਜਿਹੜੀ ਆ ਅੰਦਰ ਇਮਿਊਨਿਟੀ ਡਿਵੈਲਪ ਹੋ ਜਾਂਦੀ, ਐਂਟੀਬਾਡੀਜ਼ ਡਿਵੈਲਪ ਹੋ ਜਾਂਦੀਆਂ। ਪਰ ਨਿੱਜਰ ਸਾਹਿਬ ਇਸ ਵਾਰੀ ਨਾ ਇਹ ਸਾਇੰਸ ਥੋੜ੍ਹਾ ਜਿਹਾ ਹੋਰ ਕੰਮ ਕਰ ਰਹੀ ਆ। ਉਹ ਕਹਿੰਦੇ ਜਿਹੜੀ ਇਹ ਵੈਕਸੀਨ ਫਾਈਜ਼ਰ ਦੀ ਆ ਸ਼ਾਇਦ ਇਹ ਆ ਕਿ ਇਹਦੇ ਵਿੱਚ ਡੈੱਡ ਵਾਇਰਸ ਹੀ ਨਹੀਂ ਆ, ਉਹ ਇੱਕ ਟੈਕਨੀਕ ਹੀ ਉਹਨਾਂ ਨੇ ਇੱਦਾਂ ਦੀ ਨਵੀਂ ਯੂਜ਼ ਕਰ ਰਹੇ ਆ। ਮੈਂ ਸ਼ੋਰ ਨਹੀਂ ਇਹਦੇ ਬਾਰੇ ਕਿਹੜੀ ਫਾਈਜ਼ਰ ਜਾਂ ਮੋਡਰਨਾ, ਕਿ ਹੁਣ ਟੈਕਨੀਕ ਹੀ ਇਹੋ ਜਿਹੀਆਂ ਆ ਰਹੀਆਂ ਜਿਹਦੇ ਵਿੱਚ ਉਹ ਵਾਇਰਸ ਵੀ ਨਹੀਂ ਪਾ ਰਹੇ। ਕੋਈ ਇਹੋ ਜਿਹਾ ਉਹਦਾ mRNA ਜਿਹੜਾ ਮੈਸੇਂਜਰ RNA ਆ ਉਹਦੇ ਵਿੱਚ ਹੀ ਕੁਛ ਇੱਦਾਂ ਦਾ ਕਰ ਰਹੇ ਆ ਕਿ ਉਹ ਆਪਣੇ ਆਪ ਹੀ ਵਾਇਰਸ ਤੋਂ ਬਚਾਅ ਕਰ ਜਾਂਦਾ। ਦੂਜੀ ਗੱਲ, ਜਿਹੜੀ 200 ਕੰਪਨੀ ਇਸ ਵੇਲੇ ਵਾਇਰਸ ਵੈਕਸੀਨ ਬਣਾਉਣ ਦੇ ਵਿੱਚ ਲੱਗੀ ਆ, ਇਹ ਜ਼ਰੂਰੀ ਨਹੀਂ ਕਿ ਇੰਜੈਕਸ਼ਨ ਹੀ ਹੋਵੇ। ਇਹ ਕਹਿੰਦੇ ਨੇਜ਼ਲ ਸਪਰੇਅ ਵੀ ਹੋ ਸਕਦੀ ਆ। ਆਹ 2 ਕੰਪਨੀਆਂ ਦੇ ਤਾਂ ਇੰਜੈਕਸ਼ਨ ਹੀ ਆ। ਇਹ ਤੁਹਾਨੂੰ ਖਾਣ ਵਾਲੀ ਗੋਲੀ ਵੀ ਹੋ ਸਕਦੀ ਹੈ। ਬਹੁਤ ਸਾਰੀਆਂ ਕੰਪਨੀਆਂ ਇਸ ਕੰਮ 'ਤੇ ਵੀ ਲੱਗੀਆਂ ਆ ਵੀ ਖਾਣ ਵਾਲੀ ਗੋਲੀ ਹੋਵੇ ਜਾਂ ਸਪਰੇਅ ਹੋਵੇ ਉਹੀ ਵੈਕਸੀਨ ਬਣ ਜਾਵੇ। ਖੈਰ ਇਹ ਨਿੱਤ ਜਿਹੜੀ ਚੇਂਜ ਆ ਰਹੀ ਆ। ਸੋ ਇੱਕ ਹੋਰ ਇਸ ਵੇਲੇ ਜਿਹੜੀ ਇਹ ਦੌੜ ਲੱਗੀ ਆ ਪਾਵਰ ਟ੍ਰਾਂਜੀਸ਼ਨ ਦੀ, ਜੋ ਬਾਈਡਨ ਹੁਣੀ ਆਉਣਾ ਤੇ ਟਰੰਪ ਹੁਣੀ ਜਾਣਾ, ਉਹਦੇ ਵਿੱਚ ਕੱਲ੍ਹ ਦੀ ਖਬਰ ਜਿਹੜੀ ਇੱਕ ਬਹੁਤ ਚਰਚਾ ਦੇ ਵਿੱਚ ਆ ਕਿ ਜਿਹੜਾ ਟੌਪ ਸਾਈਬਰ ਸਿਕਿਉਰਿਟੀ ਅਫੀਸ਼ੀਅਲ ਆ, ਇਹਨਾਂ ਨੇ ਮੰਗਲਵਾਰ ਨੂੰ ਜਿਹੜਾ ਉਹ ਬਾਰ-ਬਾਰ ਕਹਿ ਰਿਹਾ ਸੀ ਕਿ ਵੋਟਾਂ ਦੇ ਵਿੱਚ ਕੋਈ ਫਰਾਡ ਨਹੀਂ ਹੋਇਆ, ਡੋਨਲਡ ਟਰੰਪ ਨੇ ਉਹਨਾਂ ਨੂੰ
ਫਾਇਰ ਕਰ ਦਿੱਤਾ। ਇੱਕ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਕ੍ਰਿਸਟੋਫਰ ਕਰਬ, ਡਾਇਰੈਕਟਰ ਆਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਸਾਈਬਰ ਸਿਕਿਉਰਿਟੀ ਐਂਡ ਇਨਫਰਾਸਟਰਕਚਰ ਸਿਕਿਉਰਿਟੀ ਏਜੰਸੀ, ਉਹਨਾਂ ਨੇ ਕਿਹਾ ਵੀ ਇਹਦੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਟਰਮੀਨੇਟ ਅਸੀਂ ਕਰ ਦਿੱਤਾ ਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜਾ ਗੱਲਾਂ ਆ ਉਹ ਦੇਖਣ ਨੂੰ ਮਿਲਣ। ਉਹਨਾਂ ਨੇ ਜਿਹੜਾ ਟਵੀਟ ਕੀਤਾ ਆ ਕ੍ਰਿਸ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਔਨਰ ਟੂ ਸਰਵ, ਵੀ ਡਿਡ ਇਟ ਰਾਈਟ, ਅਤੇ ਡਿਫੈਂਡ ਟੂਡੇ, ਸਿਕਿਉਰ ਟੂਮਾਰੋ, ਪ੍ਰੋਟੈਕਟ 2020, ਇਹ ਉਹਨਾਂ ਨੇ ਟਵੀਟ ਕੀਤਾ ਆ। ਸੋ ਇਹ ਗੱਲ ਕਾਫੀ ਚਰਚਾ ਦੇ ਵਿੱਚ ਆ। ਦੂਜੀ ਗੱਲਬਾਤ ਲੋਕਲ ਥੋੜ੍ਹੀ ਜਿਹੀ, ਫਰੈਜ਼ਨੋ ਦੀ, ਜਿੱਦਾਂ ਕੱਲ੍ਹ ਵੀ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਕਿ ਇਹ ਦੁਬਾਰਾ ਇੱਥੇ ਜਿਹੜੇ ਕੇਸਿਸ ਵੱਧ ਰਹੇ ਆ, ਔਰ ਦੁਬਾਰਾ ਜਿਹੜਾ ਹੈਗਾ ਇਹ ਫਰੈਜ਼ਨੋ, ਇਹ ਬੈਕਵਰਡ ਸ਼ਿਫਟ ਜਿਹੜੀ ਆ ਹੋ ਰਹੀ ਆ। ਦੁਬਾਰਾ ਫੇਰ ਜਦੋਂ ਤੁਸੀਂ ਮੈਪ ਦੇਖਦੇ ਆ ਤਾਂ ਸਾਰਾ ਇਹ ਪਰਪਲ ਹੋਇਆ ਪਿਆ। ਪਰਪਲ ਮੀਨਸ ਕਿ ਟਾਇਰ 1 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ। ਵਾਈਡ ਸਪਰੈਡ ਰਿਸਕ ਹੁੰਦਾ ਇਹਦੇ ਵਿੱਚ, ਇਹਨਾਂ ਕਾਊਂਟੀਜ਼ ਦੇ ਵਿੱਚ। ਜਦੋਂ ਰੈੱਡ ਟੀਅਰ 'ਚ ਆ ਤਾਂ ਥੋੜ੍ਹਾ ਰਿਸਕ ਹੁੰਦਾ, ਔਰੰਜ ਦੇ ਵਿੱਚ ਮੋਡਰੇਟ ਹੁੰਦਾ, ਅਤੇ ਯੈਲੋ ਦੇ ਵਿੱਚ ਜਿਹੜਾ ਮਿਨੀਮਲ ਹੁੰਦਾ। ਹੁਣ ਇਹ ਦੁਬਾਰਾ ਫੇਰ ਜਿਹੜਾ ਆ ਉਸ ਪਾਸੇ ਨੂੰ ਮਰਸਡ, ਮਡੇਰਾ, ਫਰੈਜ਼ਨੋ, ਕਿੰਗਜ਼ ਅਤੇ ਟੁਲਾਰੀ, ਇਹਨਾਂ ਸਾਰੀਆਂ ਕਾਊਂਟੀਜ਼ ਦੇ ਵਿੱਚ ਨੰਬਰ ਵੱਧ ਰਹੇ ਆ ਔਰ ਰੈਸਟ੍ਰਿਕਸ਼ਨਸ ਵਧਣਗੀਆਂ। ਪਿਛਲੇ ਸਮੇਂ ਦੇ ਵਿੱਚ ਸਤੰਬਰ ਤੋਂ ਜੋ ਕੁਝ ਤੁਸੀਂ ਦੇਖਿਆ, ਰੈਸਟੋਰੈਂਟ, ਚਰਚ, ਕੁਛ ਚੀਜ਼ਾਂ ਖੁੱਲ੍ਹੀਆਂ ਰਹਿਣਗੀਆਂ, ਗਰੋਸਰੀ ਸਟੋਰ 50% ਦੀ ਕਪੈਸਿਟੀ ਦੇ ਨਾਲ ਖੁੱਲ੍ਹਣਗੇ। ਇਹ ਹੋਰ ਵੀ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ। ਜੀ, ਜਿਹੜੇ ਟਵਿੱਟਰ ਦੇ CEO ਜੈਕ ਡੋਰਸੀ, ਉਹ US ਸੈਨੇਟ ਦੇ ਅੱਗੇ, ਜਿਹੜੀ ਜੁਡੀਸ਼ਰੀ ਕਮੇਟੀ ਆ ਉਹਦੇ ਅੱਗੇ ਪੇਸ਼ ਹੋਏ। ਉੱਥੇ ਉਹਨਾਂ ਨੇ ਇਹ ਗੱਲ ਸਵੀਕਾਰ ਕੀਤੀ ਕਿ ਜਿਹੜੇ ਆਪਣੇ ਟਵਿੱਟਰ ਹੈਂਡਲ ਤੋਂ ਰਾਸ਼ਟਰਪਤੀ ਬਣਨ ਜਾ ਰਹੇ ਜੋ ਬਾਈਡਨ ਦੇ ਬੇਟੇ ਹੰਟਰ ਬਿਡਨ ਸਕੈਂਡਲ ਦੀਆਂ ਜਿਹੜੀਆਂ ਅਸੀਂ ਸਟੋਰੀਆਂ ਰੋਕੀਆਂ, ਉਹ ਗਲਤ ਸੀ। ਉਹਨਾਂ ਨੇ ਐਕਸੈਪਟ ਕੀਤਾ, ਤੇ ਇਸ ਗੱਲ ਨੇ ਜਿਹੜਾ ਜੋ ਬਾਈਡਨ ਨੂੰ ਭਾਰੀ ਫਾਇਦਾ ਪਹੁੰਚਾਇਆ, ਤੇ ਰਾਸ਼ਟਰਪਤੀ ਟਰੰਪ ਜਿਹੜਾ ਉਹਦਾ ਕਾਫੀ ਨੁਕਸਾਨ ਹੋਇਆ। ਤੇ ਇਹਦੇ ਬਾਰੇ ਜੋ ਮਾਹਰ ਕਹਿ ਰਹੇ ਨੇ ਕਿ ਟਵਿੱਟਰ, ਫੇਸਬੁੱਕ ਦੋਨੇ ਜ਼ਿੰਮੇਵਾਰ ਆ। ਇੱਕ ਸਰਵੇ ਅਨੁਸਾਰ ਜਿਹੜਾ ਚੋਣਾਂ ਤੋਂ ਬਾਅਦ ਕੀਤਾ ਗਿਆ ਕਿ 36% ਜਿਹੜੇ ਬਾਈਡਨ ਦੇ ਵੋਟਰ ਆ ਉਹਨਾਂ ਨੂੰ ਅਜੇ ਪਤਾ ਹੀ ਨਹੀਂ ਕਿ ਇਹ ਹੰਟਰ ਦਾ ਸਕੈਂਡਲ ਕੀ ਹੈ। ਤੇ ਮੀਡੀਆ ਰਿਸਰਚ ਸੈਂਟਰ ਪੋਲ ਅਨੁਸਾਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਵੋਟਰਾਂ ਨੂੰ ਨਹੀਂ ਸੀ ਪਤਾ ਕਿ ਬਾਈਡਨ ਦੇ ਪੁੱਤਰ ਦੀ ਚੀਨ ਦੇ ਨਾਲ ਕੀ ਗੰਢ ਤੁੱਪਿਆ। ਤੇ ਇਸ ਬਾਰੇ ਫੇਸਬੁੱਕ ਨੇ ਵੀ ਗਲਤੀ ਮੰਨ ਲਈ ਸੀ, ਟਵਿੱਟਰ ਨੇ ਅੱਜ ਗਲਤੀ ਮੰਨ ਲਈ ਆ। ਹਾਲਾਂਕਿ ਜਿਹੜਾ ਟਵਿੱਟਰ ਹੈ ਇਹਨੂੰ ਖੱਬੇ ਪੱਖੀ ਸਪੋਰਟਰ ਮੰਨਿਆ ਜਾਂਦਾ। ਤੇ ਦੂਜੀ ਆਪਾਂ ਗੱਲ ਕਰਦੇ ਹਾਂ ਜੀ ਕਿ ਇੱਥੇ ਇੱਕ ਕਲੈਮਤ ਰਿਵਰ ਪੈਂਦਾ ਹੈ ਓਰੇਗਨ ਤੇ ਕੈਲੀਫੋਰਨੀਆ ਦੀ ਸਰਹੱਦ ਦੇ ਉੱਤੇ। ਉੱਥੇ ਡੈਮ ਬਣੇ ਆ, ਤੇ ਹੁਣ ਇੱਕ ਪਲਾਨ ਆਇਆ ਕਿ ਕੈਲੀਫੋਰਨੀਆ ਤੇ ਓਰੇਗਨ ਜਿਹੜੇ ਦੋਨੇ ਸਟੇਟਾਂ ਨੇ ਕੱਲ ਇੱਕ ਡੀਲ ਡਨ ਕੀਤੀ ਹੈ ਕਿ ਹਾਰਨਬਰੁਕ ਤੇ ਹੋਰ 3 ਥਾਵਾਂ ਤੇ ਬਣੇ ਜਿਹੜੇ 4 ਡੈਮ ਟੋਟਲ, ਇਹ ਢਾਏ ਜਾਣਗੇ। ਕਿਉਂਕਿ ਇਹਦਾ ਮੇਨ ਕਾਰਨ ਇਹ ਹੈ ਕਿ ਸਾਲਮਨ ਮੱਛੀ ਜਿਹੜੀ ਆ ਉਹਦੀ ਹੋਂਦ ਨੂੰ ਖਤਰਾ ਬਣ ਗਿਆ ਆ, ਕਿ ਉਹ ਰੋਕਦੇ ਆ ਜਿਹੜੇ ਪਾਣੀ ਨੂੰ। ਮੱਛੀ ਲਈ ਜਗ੍ਹਾ ਬੜੀ ਘੱਟ ਰਹਿ ਗਈ ਆ ਜਾਣ ਆਉਣ ਲਈ, ਤੇ ਉਹਦੀ ਹੋਂਦ ਨੂੰ ਖਤਰਾ ਆ। ਤੇ ਬਾਕੀ ਇਹ ਪੁਰਾਣੇ ਹੋ ਗਏ ਬਿਜਲੀ ਉਤਪਾਦਨ, ਕਹਿੰਦੇ 'ਚ ਕਿਫਾਇਤੀ ਨਹੀਂ। ਤੇ ਫੈਡਰਲ ਰੈਗੂਲੇਟਰੀ ਕਮਿਸ਼ਨ ਨੇ ਇਹ ਡੀਲ ਨੂੰ ਅਪਰੂਵ ਕਰ ਦਿੱਤਾ। ਤੇ ਜਿਹੜੇ ਮੇਨ ਆ ਜਿਹੜੇ ਦਰਿਆਵਾਂ ਦੇ ਕੰਢੇ ਵੱਸਦੇ ਜਿਹੜੇ ਪੁਰਾਣੇ ਕਬੀਲੇ ਆ, ਅਮਰੀਕਨ ਕਬੀਲੇ, ਉਹ ਕਾਫੀ ਖੁਸ਼ ਆ ਕਿਉਂਕਿ ਉਹ ਇਹਦੇ ਮੱਛੀ ਦੇ ਉੱਤੇ ਕਾਫੀ ਨਿਰਭਰ ਕਰਦੇ ਆ। ਤੇ ਅਗਲਾ ਇੱਕ ਫੈਸਲਾ ਜਿਹੜਾ IRS ਵੱਲੋਂ ਕਿ ਜਿਨ੍ਹਾਂ ਨੂੰ ਅਜੇ ਸਟਿਮੂਲਸ ਚੈੱਕ ਜਿਹੜੇ 1200 ਦੇ ਨਹੀਂ ਮਿਲੇ, ਉਹ 21 ਨਵੰਬਰ ਤੱਕ ਸ਼ਾਮ 3 ਵਜੇ ਤੱਕ ਆਪਣੀ ਇਨਫੋਰਮੇਸ਼ਨ ਜਿਹੜੀ ਦੁਬਾਰਾ ਸਬਮਿਟ ਕਰ ਸਕਦੇ ਆ। ਪਰ ਜੇ ਕੋਈ ਉਸ ਦਿਨ ਵੀ ਨਹੀਂ ਸਬਮਿਟ ਕਰ ਸਕਦਾ ਤਾਂ ਉਹਨੂੰ ਵੀ ਚਿੰਤਾ ਦੀ ਲੋੜ ਨਹੀਂ, ਉਹਨੂੰ 2021 ਦੇ ਵਿੱਚ ਟੈਕਸ ਕ੍ਰੈਡਿਟ ਮਿਲ ਜੂਗਾ ਇੰਨੇ ਪੈਸਿਆਂ ਦਾ। ਸੋ IRS ਦੀ ਵੈਬਸਾਈਟ ਤੇ ਜਾ ਕੇ ਇਹ ਆਪਾਂ ਜਿਹੜੀ ਇਨਫੋਰਮੇਸ਼ਨ ਭਰੀ ਜਾ ਸਕਦੀ ਹੈ। ਤੇ ਦੂਜੀ ਗੱਲ ਆਪਾਂ ਕਰਦੇ ਹਾਂ ਜੀ ਕਿ ਕੱਲ ਇੱਕ ਚਰਚਾ ਰਹੀ ਕਿ ਰੂਡੀ ਗੁਲਿਆਨੀ ਜਿਹੜੇ ਆ ਉਹ $20,000 ਪਰ ਡੇ ਮੰਗ ਰਹੇ ਸੀ ਕਾਨੂੰਨੀ ਸੇਵਾ ਦੇਣ ਬਦਲੇ। ਤੇ ਇਹਦਾ ਉਹਨਾਂ ਨੇ ਵਿਰੋਧ ਕੀਤਾ ਵੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਮੈਂ ਇਹ ਡਿਮਾਂਡ ਨਹੀਂ ਕੀਤੀ। ਪਰ ਜਿਹੜੇ ਕੁਝ ਲੋਕਾਂ ਨੇ ਹੁਣ ਇਹ ਸਾਹਮਣੇ ਆਇਆ ਕਿ ਉਹ ਜਾਣਬੁੱਝ ਕੇ ਉਕਸਾ ਰਹੇ ਸੀ ਕਿ ਇੱਥੇ ਜਿਹੜੀ ਸਾਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਆ, ਉਹ ਕੈਂਪੇਨ ਨੂੰ ਉਕਸਾ ਰਹੇ ਸੀ ਕਿ ਸ਼ਾਇਦ ਉਹਦੇ ਪਿੱਛੇ ਮਨਸਾ ਉਹਨਾਂ ਦੀ ਜ਼ਿਆਦਾ ਪੈਸੇ ਇਕੱਤਰ ਕਰਨ ਦੀ ਸੀ। ਸੋ ਇਹੋ ਜਿਹਾ ਵਾਦ-ਵਿਵਾਦ ਰੂਡੀ ਗੁਲਿਆਨੀ ਨਾਲ ਅਕਸਰ ਜੁੜਿਆ ਰਹਿੰਦਾ, ਜੋ ਕਿ ਨਿਊਯਾਰਕ ਦੇ ਸਾਬਕਾ ਮੇਅਰ ਨੇ ਤੇ ਰਾਸ਼ਟਰਪਤੀ ਟਰੰਪ ਦੇ ਨਿੱਜੀ ਵਕੀਲ ਵੀ ਰਹਿ ਚੁੱਕੇ ਨੇ। ਹਾਂਜੀ ਇਸ ਗੱਲ ਜੀ, ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਬਿਆਨ ਨੇ ਉਸੇ ਤਰ੍ਹਾਂ ਜਾਰੀ ਨੇ। ਉਹਨਾਂ ਨੇ ਟਵੀਟ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਇਹ ਸਭ ਤੋਂ ਜਿਹੜੀਆਂ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਘਪਲੇਬਾਜ਼ੀ ਵਾਲੀਆਂ, ਫਰੋਡ ਵਾਲੀਆਂ ਇਲੈਕਸ਼ਨ ਸੀਗੀਆਂ। ਵੱਖ-ਵੱਖ ਪਹਿਲਾਂ ਵੀ ਉਹ ਇਹ ਦਾਅਵਾ ਕਰਦੇ ਆਏ ਆ, ਹੁਣ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਉਹ ਕਹਿੰਦੇ ਮੈਂ ਜਿੱਤ ਗਿਆ ਹਾਂ ਚੋਣਾਂ, ਮੈਂ ਜਿੱਤ ਚੁੱਕਾ ਹਾਂ, ਪਰ
ਇਹ ਜਿਹੜੇ ਇਤਿਹਾਸ ਦੇ ਸਭ ਤੋਂ ਜ਼ਿਆਦਾ ਛਲ ਕਪਟ ਵਾਲੀਆਂ ਜਿਹੜੀਆਂ ਵੋਟਾਂ ਸੀਗੀਆਂ, ਇਹ ਉਹਨਾਂ ਨੇ ਫਿਰ ਇੱਕ ਵਾਰੀ ਟਵੀਟ ਕੀਤਾ। ਦੂਜੇ ਪਾਸੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਅੱਜ ਇੱਕ ਵਰਚੁਅਲ ਮੀਟਿੰਗ ਕਰ ਰਹੇ ਆ ਫਰੰਟ ਲਾਈਨ ਹੈਲਥ ਕੇਅਰ ਵਰਕਰਸ ਦੇ ਨਾਲ, ਖਾਸ ਕਰਕੇ ਇਸ ਪੈਂਡੈਮਿਕ ਦੇ ਉੱਤੇ ਫੋਕਸ ਕਰਕੇ ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਉਹ ਵੀ ਆਪਣੀਆਂ ਗਤੀਵਿਧੀਆਂ ਜਿਹੜੀਆਂ ਜਾਰੀ ਰੱਖ ਰਹੇ ਨੇ। ਅਤੇ ਦੂਜੇ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਨੇ, ਉਹ ਪਬਲਿਕ ਵਿਊ ਤੋਂ ਇੱਕ ਹੋਰ ਦਿਨ ਉਹਨਾਂ ਦਾ ਹੈਗਾ ਕਿ ਕੋਈ ਵੀ ਪਲਾਨਡ ਈਵੈਂਟ ਨਹੀਂ, ਔਰ ਉਹ ਆਮ ਜਨਤਾ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਗੁਰਪ੍ਰੀਤ ਜੀ। ਹਾਂਜੀ, ਅਗਲੀ ਗੱਲ ਕਰਦੇ ਆ ਜੀ ਕਿ ਅੱਜਕੱਲ LA, ਫੀਨਿਕਸ, ਸਿਆਟਲ, ਇਹਦੀਆਂ ਜਿਹੜੀਆਂ ਗਲੀਆਂ ਜਿੱਥੇ ਜ਼ਿਆਦਾ ਨਸ਼ੇ ਵਿਕਦੇ ਆ, ਉੱਥੇ ਇੱਕ ਸਿੰਥੈਟਿਕ ਨਸ਼ਾ ਜਿਹੜਾ ਚੀਨੀ ਫੈਂਟਾਨਿਲ, ਉਹਨੇ ਬੜੀ ਕਹਿੰਦੇ ਤਬਾਹੀ ਮਚਾਈ ਆ ਕਿ ਉਹ ਬੜੇ ਮੌਤਾਂ ਦਾ ਕਾਰਨ ਬਣ ਰਿਹਾ। ਕਿ ਚਾਈਨਾ ਨੇ ਇੱਕ ਸਿੰਥੈਟਿਕ ਜਿਹੜੀ ਫੈਂਟਾਨਿਲ, ਵੈਸੇ ਤਾਂ ਜਿਹੜੀ ਡਰੱਗ ਆ, ਚਾਈਨਾ ਨੇ ਇਹਦਾ ਬਦਲ ਸਿੰਥੈਟਿਕ ਤਿਆਰ ਕੀਤਾ ਜਿਹੜਾ ਬਹੁਤ ਜ਼ਿਆਦਾ ਤੇਜ਼ ਆ। ਤੇ ਨਸ਼ੇੜੀ ਆ ਉਹ ਅਕਸਰ ਇਹਦੇ ਸ਼ਿਕਾਰ ਹੋ ਜਾਂਦੇ ਆ, ਕਿਉਂਕਿ ਤੇਜ਼ ਨਸ਼ਾ ਆ, ਪਹਿਲਾਂ ਉਹ ਇਹਦੇ ਆਦੀ ਬਣ ਜਾਂਦੇ ਆ, ਛੱਡ ਨਹੀਂ ਸਕਦੇ, ਤੇ ਥੋੜੇ ਦਿਨਾਂ ਵਿੱਚ ਇਹ ਜਾਨ ਲੈ ਲੈਂਦਾ। ਤੇ ਕਹਿੰਦੇ ਮੈਕਸੀਕੋ ਦਾ ਜਿਹੜਾ ਡਰੱਗ ਮਾਫੀਆ, ਉਹਦੇ ਰਾਹੀਂ ਚਾਈਨਾ ਨੇ ਉਹ ਜਿਹੜੀਆਂ ਮੇਨ ਸਿਟੀ ਹੈਗੀਆਂ ਅਮਰੀਕਾ ਦੀਆਂ, ਉੱਥੇ ਡਰੱਗ ਪਹੁੰਚਾ ਦਿੱਤੀ ਹੈ। ਤੇ ਇਸ ਤੋਂ ਇਲਾਵਾ ਜਿਹੜਾ ਇੱਕ USA ਨੇ ਪਿਛਲੇ ਦਿਨੀ LA ਤੋਂ ਇੱਕ ਬੜਾ ਵੱਡਾ ਜਿਹੜਾ ਡਰੱਗ ਕਾਰਟਲ ਦਾ ਗੋਡਫਾਦਰ ਫੜਿਆ ਸੀ, ਐਲ ਪੈਦਰੀਨੋ, ਉਹਨੂੰ ਹੁਣ ਜਿਹੜਾ ਵਾਪਸ ਭੇਜਿਆ ਜਾ ਰਿਹਾ ਮੈਕਸੀਕੋ। ਉੱਥੇ ਇੱਥੇ ਮੁਕੱਦਮਾ ਨਹੀਂ ਚੱਲੇਗਾ, ਉੱਥੇ ਮੈਕਸੀਕੋ ਵਿੱਚ ਹੀ ਮੁਕੱਦਮਾ ਚੱਲੇਗਾ, ਕਿਉਂਕਿ ਇਹ ਬੰਦਾ ਆਰਮੀ ਜਨਰਲ ਵੀ ਰਹਿ ਚੁੱਕਾ, ਡਿਫੈਂਸ ਮਿਨਿਸਟਰ ਵੀ ਰਹਿ ਚੁੱਕਾ ਪਹਿਲਾਂ। ਤੇ ਇਸ ਕਰਕੇ ਜਿਹੜੇ ਇਹਦੇ ਰਾਸ਼ਟਰਪਤੀ ਨੇ ਉੱਥੇ ਦੇ ਮੈਕਸੀਕੋ ਦੇ, ਉਹਨਾਂ ਦਾ ਬੜਾ ਦਬਾਅ ਸੀ ਕਿ ਸਾਡੀ ਬੜੀ ਬਦਨਾਮੀ ਆ ਕਿ ਸਾਡੇ ਜਿਹੜੇ ਸਾਬਕਾ ਏਡੇ ਉੱਚ ਅਹੁਦੇ ਤੇ ਰਹੇ ਬੰਦੇ ਨੂੰ ਤੁਸੀਂ ਇੱਥੇ ਅਮਰੀਕਾ ਵਿੱਚ ਫੜ ਲਿਆ। ਤੇ ਪਰ ਜਿਹੜੇ ਅੰਦਰੂਨੀ ਸੂਤਰ ਕਹਿੰਦੇ ਆ ਕਿ ਕੋਈ ਬਹੁਤ ਵੱਡੀ ਜਿਹੜੀ ਆਪਸ ਵਿੱਚ ਇਹਨਾਂ ਦਾ ਸਮਝੌਤਾ ਹੋਇਆ US ਦੀਆਂ ਸੁਰੱਖਿਆ ਫੋਰਸਾਂ ਦੇ ਨਾਲ, ਕਿਉਂਕਿ ਇਸ ਬੰਦੇ ਕੋਲ ਸਾਰੀ ਜਾਣਕਾਰੀ ਆ, ਸਾਰੇ ਜਿੰਨੇ ਡਰੱਗ ਕਾਰਟਲ ਨੇ ਉਹਨਾਂ ਦੀ ਕਿੱਥੇ ਟਿਕਾਣੇ ਨੇ, ਕਿਹੜੇ ਬੰਦੇ ਜੁੜੇ ਨੇ। ਤੇ ਦੂਜੇ ਪਾਸੇ ਜਿਹੜੇ ਡਰੱਗ ਕਾਰਟਲ ਜਿਹੜੇ ਇਹਨਾਂ ਵੱਲੋਂ ਜਿਹੜੀ ਇਹਨਾਂ ਦੀ ਜਿਹੜਾ ਧੜਾ ਧੜ ਕਤਲ ਤੇ ਅਗਵਾ ਦੀਆਂ ਵਾਰਦਾਤਾਂ ਜਿਹੜੀਆਂ, ਇਹਨਾਂ ਦਾ ਕਹਿਰ ਜਾਰੀ ਆ ਕਿ 2006 ਤੋਂ ਲੈ ਕੇ ਹੁਣ ਤੱਕ ਉੱਥੇ 5000 ਨੌਜਵਾਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ, ਜਿਹੜੀਆਂ ਕਿ ਗੁਪਤ ਕਬਰਾਂ ਦੇ ਵਿੱਚੋਂ ਲੋਕਾਂ ਨੇ ਆਪ ਲੱਭੀਆਂ। ਇਹ ਸਾਰੇ ਜਿਹੜੇ ਮਾਫੀਆ ਜਿਹੜੇ ਆ ਉਹਨਾਂ ਦੇ ਸ਼ਿਕਾਰ ਹੋਏ ਆ। ਤੇ ਇਹ ਜਦੋਂ ਦਾ ਮਾਫੀਆ ਦਾ ਉੱਥੇ ਜ਼ਿਆਦਾ ਚੱਲਣ ਚੱਲਿਆ, ਹੁਣ ਤੱਕ 2.5 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਆ। ਤੇ 40,000 ਲੋਕ ਜਿਹੜੇ ਅਜੇ ਵੀ ਉੱਥੇ ਲਾਪਤਾ ਆ। ਤੇ ਉਹਨਾਂ ਦੇ ਮਾਪਿਆਂ ਦਾ ਕਹਿਣਾ ਕਿ ਸਾਨੂੰ ਪਤਾ ਕਿ ਜਿਹੜੇ ਸਾਡੇ ਪੋਤੇ ਮਾਰੇ ਜਾ ਚੁੱਕੇ, ਸਾਨੂੰ ਘੱਟੋ ਘੱਟ ਉਹਨਾਂ ਦੀਆਂ ਲਾਸ਼ਾਂ ਹੀ ਜਿਹੜੀਆਂ ਉਹ ਮਿਲ ਜਾਣ। ਤੇ ਇਹ ਉੱਥੇ ਹਾਲਾਤ ਜਿਹੜੇ ਮੈਕਸੀਕੋ ਦੇ ਜਿਹੜੇ ਅਜੇ ਵੀ ਬਹੁਤੇ ਸੁਖਾਵੇਂ ਨਹੀਂ ਹੈਗੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਨਮਸਕਾਰ ਜੀ।